ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 386 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। 60ਵਾਂ ਸ਼ਬਦ ਹੈ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਜਹਾਂ ਪਠਾਵਹੁ ਤਹਾਂ ਤਹਾਂ ਜਾਈ। ਇੱਕ ਅਵਸਥਾ ਹੈ ਆਪਣੇ ਗੁਰੂ ਪਿਤਾ ਜੀ ਨੂੰ, ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਣਾ। ਜਿਸ ਤਰ੍ਹਾਂ ਦੇ ਵੀ ਜ਼ਿੰਦਗੀ ਵਿੱਚ ਹਾਲਾਤ ਬਣਨ, ਉਹਨੂੰ ਰੱਬ ਦੀ ਰਜ਼ਾ, ਗੁਰੂ ਦੀ ਰਜ਼ਾ ਸਮਝ ਕੇ ਜਿਉਣਾ। ਇਹ ਸਿੰਬੋਲਿਕ ਸ਼ਬਦ ਨੇ, ਇਹਦੇ ਭਾਵ ਅਰਥ ਨੇ, ਅੱਖਰੀ ਅਰਥ ਬਣਦੇ ਨੇ ਵਾਹਿਗੁਰੂ ਜੀ ਜਿੱਥੇ ਜਿੱਥੇ ਤੁਸੀਂ ਮੈਨੂੰ ਭੇਜਦੇ ਹੋ ਉੱਥੇ ਉੱਥੇ ਮੈਂ ਜਾਂਦਾ ਹਾਂ। ਭਾਵ ਅਰਥ ਬਣਦੇ ਨੇ ਜਿਹੋ ਜਿਹੇ ਹਾਲਾਤ ਮੇਰੀ ਜ਼ਿੰਦਗੀ ਵਿੱਚ ਤੁਸੀਂ ਸਿਰਜਦੇ ਹੋ, ਮੈਂ ਉਹਨਾਂ ਹਾਲਾਤਾਂ ਨਾਲ ਜੂਝਦਾ ਹਾਂ। ਤੁਹਾਨੂੰ ਸਮਰਪਿਤ ਹਾਂ, ਤੁਹਾਡੇ ਮਿਸ਼ਨ 'ਤੇ ਤੁਰਦਾ ਹਾਂ, ਤੁਰਦਾ ਰਹਾਂਗਾ। ਜੋ ਤੁਮ ਦੇਹੁ ਸੋਈ ਸੁਖ ਪਾਈ। ਇਹ ਵਾਹਿਗੁਰੂ ਜੀ ਤੁਸੀਂ ਜੋ ਵੀ ਅਵਸਥਾ, ਜੋ ਵੀ ਦਾਤਾਂ ਦਿੰਦੇ ਹੋ, ਮੈਂ ਉਹਦੇ ਵਿੱਚ ਸੰਤੁਸ਼ਟ ਰਹਿਣਾ। ਅੰਦਰ ਸ਼ੁਕਰਾਨੇ ਵਿੱਚ ਹੁੰਨਾ, ਜਿਸ ਕਰਕੇ ਮੈਨੂੰ ਤੁਹਾਡਾ ਦਿੱਤਾ ਹੋਇਆ ਸੁੱਖ ਹਰ ਵੇਲੇ ਅੰਦਰ ਬਣਿਆ ਰਹਿੰਦਾ ਹੈ। ਸਦਾ ਚੇਰੇ ਗੋਬਿੰਦ ਗੋਸਾਈ। ਇਹ ਮੇਰੇ ਗੋਬਿੰਦ ਵਾਹਿਗੁਰੂ ਜੀ, ਇਹ ਗੋਸਾਈ ਮਾਲਕ ਜੀਓ, ਤੇਰਾ ਸਦਾ ਚਾਕਰ ਬਣ ਕੇ ਜਿਉਂਦਾ ਹਾਂ। ਚੇਰੇ ਦਾਸ ਬਣ ਕੇ, ਆਪਾ ਵਾਰਨ ਦੀ ਭਾਵਨਾ ਨਾਲ, ਸ਼ੁੱਧ ਨੀਅਤ ਦੇ ਨਾਲ। ਫਿਰ ਵੀ ਜੋ ਵੀ ਹਾਲਾਤ ਬਣਦੇ ਵਾਹਿਗੁਰੂ ਜੀ, ਤੁਮਰੀ ਕਿਰਪਾ ਤੇ ਤ੍ਰਿਪਤ ਅਘਾਈ ਰਹਾਓ। ਤੁਹਾਡੀ ਬਖਸ਼ਿਸ਼ ਦੇ ਨਾਲ ਹਰ ਹਾਲਾਤ ਵਿੱਚ ਮੈਂ ਸੰਤੁਸ਼ਟ ਰਹਿੰਦਾ ਹਾਂ, ਤ੍ਰਿਪਤ ਰਹਿੰਦਾ ਹਾਂ। ਚੰਗੇ ਹਾਲਾਤ, ਮੰਦੇ ਹਾਲਾਤ, ਸੁੱਖ ਦੇਣ ਵਾਲੇ, ਦੁੱਖ ਦੇਣ ਵਾਲੇ, ਹੌਸਲਾ ਦੇਣ ਵਾਲੇ, ਹੌਸਲਾ ਢਾਉਣ ਵਾਲੇ, ਜਿਸ ਤਰ੍ਹਾਂ ਦੇ ਵੀ ਹਾਲਾਤ ਬਣਦੇ ਹਨ, ਸੰਤੁਸ਼ਟ ਰਹਿ ਕੇ ਤੇਰੇ ਮਿਸ਼ਨ 'ਤੇ ਤੁਰਦਾ ਹਾਂ, ਤੇਰਾ ਚਾਕਰ ਬਣ ਕੇ ਰਹਾਓ। ਸੈਂਟਰਲ ਆਈਡੀਆ ਹੈ। ਤੁਮਰਾ ਦੀਆ ਪਹਿਨੋ ਖਾਈ। ਜੋ ਮੈਂ ਪਹਿਨਦਾ ਹਾਂ, ਜੋ ਮੈਂ ਖਾਂਦਾ ਪੀਂਦਾ ਹਾਂ, ਇਹ ਸਭ ਤੇਰੀਆਂ ਦਾਤਾਂ ਨੇ, ਤੇਰੀ ਕਿਰਪਾ ਹੈ, ਤੇਰੀ ਬਖਸ਼ਿਸ਼ ਹੈ। ਤਉ ਪ੍ਰਸਾਦ ਪ੍ਰਭ ਸੁਖ ਬਲਾਈ। ਤੁਹਾਡੀ ਬਖਸ਼ਿਸ਼ ਦੇ ਨਾਲ ਵਾਹਿਗੁਰੂ ਜੀ ਸੁਖੀ ਜੀਵਨ ਗੁਜ਼ਾਰਦਾ ਹਾਂ। ਸੰਤੁਸ਼ਟੀ ਵਿੱਚ, ਸ਼ੁਕਰ ਵਿੱਚ, ਸ਼ੁਕਰਾਨੇ ਵਿੱਚ, ਸਬਰ ਵਿੱਚ, ਆਨੰਦ ਰਸ ਵਿੱਚ ਜੀਵਨ ਬਿਤਾਉਂਦਾ ਹਾਂ। ਮਨ ਤਨ ਅੰਤਰ ਤੁਜੈ ਧਿਆਈ। ਇਹ ਵਾਹਿਗੁਰੂ ਜੀ ਮਨ ਕਰਕੇ, ਤਨ ਕਰਕੇ ਧਿਆਨ ਤੁਹਾਡੇ ਵੱਲ ਹੈ। ਤੁਹਾਡੇ ਰੱਬੀ ਉਪਦੇਸ਼ ਦੇ ਦੱਸੇ ਹੋਏ ਰਾਹ 'ਤੇ ਤੁਰਦਾ ਹਾਂ। ਗੁਰੂ ਪਾਤਸ਼ਾਹ ਦੇ ਮਿਸ਼ਨ 'ਤੇ ਤੁਰਦਾ ਹਾਂ। ਤੁਮਰਾ ਲਵੈ ਨ ਕੋ ਲਾਈ। ਤੈਨੂੰ ਸਭ ਤੋਂ ਉੱਤਮ ਰੱਖਦਾ ਹਾਂ। ਤੇਰੇ ਬਰਾਬਰ ਹੋਰ ਕੋਈ ਵੀ ਨਹੀਂ। ਤੇਰੇ ਬਰਾਬਰ ਕਿਸੇ ਨੂੰ ਲਵੇ ਨਹੀਂ ਲਾਉਂਦਾ। ਤੂੰ ਹੀ ਸੱਚਾ ਸਾਥੀ ਹੈ। ਤੂੰ ਹੀ ਬਖਸ਼ਿਸ਼ ਦੇਣ ਵਾਲਾ ਹੈ। ਇਹ ਵਾਹਿਗੁਰੂ ਜੀ ਤੁਸੀਂ ਹੀ ਇਹ ਗੁਰੂ ਦੇ ਮਿਸ਼ਨ 'ਤੇ ਤੋਰਨ ਵਾਲੇ ਹੋ। ਕਹੋ ਨਾਨਕ ਨਿਤ ਇਵੈ ਧਿਆਈ। ਨਾਨਕ ਜੀ ਆਖਦੇ ਨੇ ਕਿ ਮੈਂ ਤਾਂ ਇਸ ਤਰੀਕੇ ਨਾਲ ਰੱਬ ਨੂੰ ਧਿਆਉਂਦਾ ਹਾਂ। ਗਤ ਹੋਵੈ ਸੰਤਾਂ ਲਗ ਪਾਈ। ਇਹ ਅਵਸਥਾ, ਇਹ ਗਤੀ, ਗੁਰੂ ਦੇ ਮਾਰਗ 'ਤੇ ਤੁਰਨ ਦੀ ਜਿਹੜੀ ਖਿੱਚ ਹੈ, ਪ੍ਰੀਤ ਹੈ, ਜਜ਼ਬਾ ਹੈ, ਲਗਨ ਹੈ, ਉਹਦੀ ਜਿਹੜੀ ਸਪੀਡ ਹੈ, ਗਤੀ ਹੈ, ਅਵਸਥਾ, ਇਹ ਮਿਲਦੀ ਕਿਵੇਂ? ਗੁਰੂ ਦੇ ਚਰਨੀ ਲੱਗ ਕੇ ਤੇ ਗੁਰੂ ਦੇ ਪਿਆਰਿਆਂ ਤੋਂ ਉਤਸ਼ਾਹ ਪ੍ਰਾਪਤ ਕਰਕੇ ਸੰਤਾਂ ਲਗ ਪਾਈ। ਗੁਰੂ ਦੇ ਪਿਆਰਿਆਂ ਦੇ ਬਚਨਾਂ ਦੇ ਵਿੱਚੋਂ ਪ੍ਰੀਤ ਮਿਲਦੀ ਹੈ, ਜਜ਼ਬਾ ਮਿਲਦਾ ਹੈ, ਉਤਸ਼ਾਹ ਮਿਲਦਾ ਹੈ, ਦਿਸ਼ਾ ਮਿਲਦੀ ਹੈ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 61ਵਾਂ ਸ਼ਬਦ। ਊਠਤ ਬੈਠਤ ਸੋਬਤ ਧਿਆਈਐ। ਧਿਆਈਐ, ਧਿਆਉਣਾ ਚਾਹੀਦਾ, ਰੱਬ ਵੱਲ ਧਿਆਨ ਰੱਖਣਾ ਚਾਹੀਦਾ। ਰੱਬੀ ਉਪਦੇਸ਼,
ਰੱਬ ਦੇ ਗੁਣਾਂ ਵੱਲ, ਗੁਰੂ ਦੇ ਮਿਸ਼ਨ ਵੱਲ ਧਿਆਨ ਰੱਖਣਾ ਚਾਹੀਦਾ। ਹੁਣ ਊਠਤ ਬੈਠਤ ਸੋਵਤ ਅੱਖਰੀ ਅਰਥ ਬਣਦੇ ਉੱਠਦੇ ਆ, ਬਹਿੰਦੇ ਆ, ਸੌਂਦੇ ਆ, ਪਰ ਇਸ ਦਾ ਸਿੰਬੋਲਿਕ ਇਹਦਾ ਭਾਵ ਅਰਥ ਹੈ ਕਿ ਹਰ ਵੇਲੇ ਉਹਨੂੰ ਧਿਆਉਣਾ ਚਾਹੀਦਾ ਹੈ। ਮਾਰਗ ਚਲਤ ਹਰੇ ਹਰ ਗਾਈਐ। ਮਾਰਗ ਚੱਲਣ ਦੇ ਅਰਥ ਹੈ ਜੀਵਨ ਜਿਉਂ-ਜਿਉਂ ਜਨਮ ਤੋਂ ਲੈ ਕੇ ਮੌਤ ਵੱਲ ਤੁਰਦਾ ਹੈ। ਇਹ ਜੀਵਨ ਦੇ ਰਸਤੇ ਤੇ ਤੁਰਦੇ ਆ, ਉਸ ਨੂੰ ਗਾਉਣਾ ਹੈ। ਗਾਉਣ ਤੋਂ ਭਾਵ ਉਹਦੇ ਤੋਂ ਕੁਰਬਾਨ ਜਾਣਾ ਹੈ। ਰੱਬੀ ਉਪਦੇਸ਼, ਰੱਬ ਦੇ ਗੁਣਾਂ ਤੋਂ, ਗੁਰੂ ਦੇ ਮਿਸ਼ਨ ਤੋਂ, ਗੁਰੂ ਦੀਆਂ ਸਿੱਖਿਆਵਾਂ ਤੋਂ, ਗੁਰੂ ਪਾਤਸ਼ਾਹ ਦੇ ਵਿਰਸੇ ਤੋਂ ਕੁਰਬਾਨ ਜਾ ਕੇ ਉਹਦੀ ਚਰਚਾ ਕਰਨੀ ਹੈ। ਜਦੋਂ ਮਨ ਕੁਰਬਾਨ ਜਾਏਗਾ, ਉਹਦੇ ਤੋਂ ਪ੍ਰਭਾਵਿਤ ਹੋਇਆ ਹੋਏਗਾ, ਚਰਚਾ ਕਰੇਗਾ, ਦੂਸਰਿਆਂ ਤੇ ਪ੍ਰਭਾਵ ਪਾਏਗਾ। ਸਰਵਣੀ ਵਾਹਿਗੁਰੂ, ਸਰਵਨ ਸੁਣੀ ਜੈ ਅੰਮ੍ਰਿਤ ਕਥਾ। ਕੰਨਾਂ ਦੇ ਨਾਲ ਉਹ ਅੰਮ੍ਰਿਤਮਈ ਕਥਾ, ਰੱਬੀ ਉਪਦੇਸ਼, ਰੱਬ ਦੇ ਗੁਣਾਂ ਦੀ ਗਾਥਾ ਸੁਣਨੀ ਹੈ। ਕਿਸ ਤੋਂ? ਜਾਸ ਸੁਣੀ ਮਨ ਹੋਏ ਆਨੰਦਾ, ਦੁੱਖ ਰੋਗ ਮਨ ਸਗਲੇ ਲੱਥਾ ਰਹਾਓ। ਸੈਂਟਰਲ ਆਈਡੀਆ ਉਹ ਵਿਚਾਰ ਜਿਹੜੇ ਵਿਚਾਰਾਂ ਦੇ ਨਾਲ ਰੱਬ ਦੇ ਗੁਣਾਂ ਦਾ, ਗੁਣਾਂ ਵਾਲਾ ਜੀਵਨ ਜਿਉਣ ਦਾ ਤੇ ਗੁਣਾਂ ਨਾਲ ਪਰਉਪਕਾਰ ਕਰਨ ਦਾ ਚਾਉ ਜਾਗਦਾ ਹੈ, ਜਿਹੜੇ ਵਿਚਾਰਾਂ ਨਾਲ ਪ੍ਰੀਤ ਵੱਧਦੀ ਹੈ, ਲਗਨ ਸੋਚ ਵੱਧਦੀ ਹੈ, ਖਿੱਚ ਵੱਧਦੀ ਹੈ ਗੁਰੂ ਵੱਲ, ਗੁਰਬਾਣੀ ਵੱਲ, ਸਿੱਖੀ ਵੱਲ। ਉਹ ਜਿਹੜੀ ਅੰਮ੍ਰਿਤ ਕਥਾ ਹੈ, ਉਹ ਜਿਹੜੇ ਵਿਚਾਰ ਨੇ ਜਿਸ ਦੇ ਸੁਣਨ ਦੇ ਨਾਲ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ। ਜਿਹੜਾ ਮਨ ਦੁਖੀ ਹੁੰਦਾ ਹੈ, ਚਿੰਤਾਵਾਂ ਵਿੱਚ ਘਿਰਦਾ ਹੈ, ਡਿਪਰੈਸ਼ਨ ਵਿੱਚ ਚਲੇ ਜਾਂਦਾ ਹੈ, ਉਹ ਵਿਚਾਰ ਸੁਣ ਕੇ ਉਹ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਸੁਭਾਵਿਕ ਕਮਜ਼ੋਰੀਆਂ, ਜਿਹੜੇ ਰੋਗ ਨੇ ਸੁਭਾਅ ਦੇ ਵਿੱਚ, ਵਿਚਾਰਾਂ ਦੇ ਵਿੱਚ, ਉਹ ਰੋਗ ਵੀ ਲੈ ਜਾਂਦੇ ਨੇ। ਸੈਂਟਰਲ ਆਈਡੀਆ ਸਰਵਨ ਸੁਣੀ ਜਾਏ, ਸੁਣਨਾ ਚਾਹੀਦਾ, ਉਸ ਨਾਲ ਪਿਆਰ ਕਰਨਾ ਚਾਹੀਦਾ, ਉਹਨਾਂ ਵਿਚਾਰਾਂ ਨਾਲ। ਕਾਰਜ ਕਾਮ ਬਾਟ ਘਾਟ ਜਪੀ ਜੈ। ਹੁਣ ਅੱਖਰੀ ਅਰਥ ਬਣਦੇ ਨੇ ਕੰਮ ਕਾਜ ਕਰਦੇ ਹਾਂ, ਬਾਟ ਰਸਤੇ ਤੇ ਤੁਰਦੇ ਹਾਂ, ਘਾਟ ਪੱਤਣ ਜਿਹੜੇ ਨੇ ਉਹ ਪਾਰ ਕਰਦੇ ਹਾਂ, ਪਰ ਇਹਦੇ ਭਾਵ ਅਰਥ ਬਣਦੇ ਨੇ ਹਰ ਵੇਲੇ ਉਹਨੂੰ ਜਪਣਾ ਹੈ। ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ। ਉਹ ਜਿਹੜਾ ਹਰੀ ਦਾ ਅੰਮ੍ਰਿਤ ਰਸ ਹੈ, ਗੁਰੂ ਦੇ ਮਿਸ਼ਨ ਤੇ ਤੁਰਨ ਦਾ ਜਿਹੜਾ ਆਨੰਦ ਰਸ ਹੈ, ਉਹਦੀ ਲਗਨ ਦੇ ਵਿੱਚੋਂ ਜਿਹੜਾ ਚਾਉ ਰਸ ਮਿਲਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ। ਜਿਸ ਤਰ੍ਹਾਂ ਦੇ ਸਾਡੇ ਅੰਦਰ ਵਿਚਾਰ ਸੋਚਾਂ ਹੋਣਗੀਆਂ, ਉਸ ਤਰ੍ਹਾਂ ਦੀ ਰੱਬ ਦੀ ਬਖਸ਼ਿਸ਼ ਸਾਡੇ ਵੱਲ ਆਵੇਗੀ ਜਾਂ ਮੁੜ ਜਾਏਗੀ। ਇਹਨੂੰ ਕਿਸਮਤ ਦਾ ਖੇਲ ਕਿਹਾ। ਕੁਝ ਵਿਚਾਰ ਸਾਡੇ ਅੰਦਰ ਉੱਠੇ, ਕੁਝ ਸਾਡੇ ਅੰਦਰ ਸੋਚਾਂ ਬਣੀਆਂ, ਕੁਝ ਸਾਡੇ ਅੰਦਰ ਭਰਮ ਬਣਿਆ, ਉਸਨੇ ਗੁਰੂ ਦੀ ਬਖਸ਼ਿਸ਼ ਖੋ ਲਈ, ਉਹ ਰਸ ਜ਼ਿੰਦਗੀ ਚੋਂ ਨਿਕਲ ਗਿਆ, ਉਹ ਜਜ਼ਬਾ, ਉਹ ਲਗਨ, ਉਹ ਪ੍ਰੀਤ ਨਿਕਲ ਗਈ। ਕੁਝ ਵਿਚਾਰ ਐਸੇ ਨੇ, ਕੁਝ ਸੋਚਾਂ ਐਸੀਆਂ ਨੇ ਜਿਹਦੇ 'ਚ ਭਰਮ ਨਹੀਂ, ਸੋਝੀ ਹੈ, ਉਹਦੇ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਉਹੀ ਵਿਚਾਰਾਂ ਚੰਗੀਆਂ ਲੱਗਦੀਆਂ, ਜਜ਼ਬਾ ਜਾਗਦਾ ਹੈ। ਦਿਨ ਸਰੈਣ ਹਰ ਕੀਰਤਨ ਗਾਈਐ। ਦਿਨ ਸਰੈਣ ਹਰ ਵੇਲੇ, ਦਿਨ ਰਾਤ ਦੇ ਅਰਥ ਹਰ ਵੇਲੇ ਰੱਬੀ ਉਪਦੇਸ਼ ਦੀ ਤੋਂ ਕੁਰਬਾਨ ਜਾਣਾ, ਰੱਬ ਦੇ ਗੁਣਾਂ ਤੋਂ ਕੁਰਬਾਨ ਜਾਣਾ ਤੇ ਉਹਦੀ ਵਿਚਾਰ ਕਰਨੀ, ਇਹ ਕੀਰਤਨ ਗਾਈਐ। ਸੋ ਜਨ ਜਮ ਕੀ ਵਾਟ ਨਾ ਪਾਈਐ। ਫਿਰ ਕ੍ਰੋਧ, ਲੋਭ, ਲਾਲਚ, ਹੰਕਾਰ ਆਦਿਕ ਵਿਕਾਰਾਂ ਰੂਪੀ ਜਮਾਂ ਦੇ ਰਸਤੇ ਤੇ ਨਹੀਂ ਤੁਰਦਾ। ਆਠ ਪਹਿਰ ਜਿਸ ਬਿਸਰਹਿ ਨਾਹੀ। 8 ਪਹਿਰ ਵੀ ਉਹੀ ਭਾਵ ਅਰਥ ਹੈ, ਜਿਹਨੂੰ ਹਰ ਵੇਲੇ ਰੱਬ ਚੇਤੇ ਹੈ, ਜਿਹਦੇ ਅੰਦਰ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ, ਜੋ ਹਰ ਵੇਲੇ ਗੁਰੂ ਕੀਆਂ ਬਾਤਾਂ ਕਰਦੇ ਨੇ। ਜਿੱਥੇ ਵੀ ਬੈਠਦੇ ਨੇ, ਗੁਰੂ ਕੀ ਵਿਚਾਰਧਾਰਾ ਆਪਣੇ ਹਿਰਦੇ 'ਚੋਂ ਵਗਦੀ ਹੈ, ਦੂਸਰੇ ਦੇ ਕੰਨਾਂ 'ਚ ਪੈਂਦੀ ਹੈ, ਉੱਥੇ ਇੱਕ ਰਸ ਬਣਦਾ। ਉਹ ਆਪਣੇ ਗੁਰੂ ਦੇ ਪਿਆਰ ਵਿੱਚ ਭਿੱਜੇ ਹੁੰਦੇ, ਉਹ ਹਰ ਵੇਲੇ ਰੱਬੀ ਵਿਚਾਰਾਂ ਕਰਦੇ ਨੇ। ਜਿਨ੍ਹਾਂ ਨੂੰ ਹਰ ਵੇਲੇ ਰੱਬ ਚੇਤੇ ਹੈ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੈ, ਗੁਰੂ ਦੇ ਵਿਚਾਰਾਂ ਵਿੱਚ ਭਿੱਜੇ ਨੇ, ਜਿਨ੍ਹਾਂ ਨੂੰ 8 ਪਹਿਰ ਬਿਸਰਦਾ ਹੀ ਨਹੀਂ। ਗਤ ਹੋਵੈ ਨਾਨਕ ਇਸ ਲੱਗ ਪਾਈ। ਇਹ ਨਾਨਕ ਜੀ ਹੁਣ ਅੱਖਰੀ ਅਰਥ ਨੇ ਉਹਨਾਂ ਦੇ ਲੜ ਲੱਗਿਆ। ਲੜ ਲੱਗਣ ਦੇ ਅਰਥ ਨੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ, ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ, ਉਹਨਾਂ ਗੁਰੂ ਕੇ ਪਿਆਰਿਆਂ ਦੀਆਂ ਵਿਚਾਰਾਂ ਨੂੰ ਸੁਣ ਕੇ
ਅੰਦਰ ਜਜ਼ਬਾ ਚਾਓ ਜਗਾਉਣਾ। ਉਹਦੇ ਨਾਲ ਅੰਦਰ ਅਵਸਥਾ ਬਣਦੀ ਹੈ ਗਤ। ਗਤ ਗਤੀ ਤੋਂ ਆਇਆ ਹੈ। ਗਤੀ ਸਪੀਡ, ਗੁਰੂ ਵੱਲ ਤੁਰਨ ਦੀ ਸਪੀਡ, ਖਿੱਚ, ਜਜ਼ਬਾ, ਲਗਨ ਵੱਧਦੀ ਹੈ ਅਖਵਾਈ। ਗੁਰੂ ਪਾਤਸ਼ਾਹ ਦੇ ਦੱਸੇ ਹੋਏ ਮਿਸ਼ਨ ਤੇ ਤੁਰਨ ਦੀ ਸਪੀਡ, ਪਰਉਪਕਾਰ ਕਰਨ ਦੀ ਬਿਰਤੀ, ਉਹ ਸਪੀਡ, ਉਹ ਗਤੀ ਵੱਧਦੀ ਹੈ, ਅਵਸਥਾ ਬਣਦੀ ਹੈ ਅਖਵਾਈ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 62ਵਾਂ ਸ਼ਬਦ ਸ਼ੁਰੂ ਹੋ ਰਿਹਾ। ਜਾ ਕੈ ਸਿਮਰਨ ਸੁਖ ਨਿਵਾਸ, ਜਿਸ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਨਾਲ, ਜਿਸ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼, ਉਹਦੇ ਗੁਣਾਂ ਨੂੰ ਯਾਦ ਰੱਖ ਕੇ ਜ਼ਿੰਦਗੀ 'ਚ ਜਿਉਂ ਕਿ ਆਤਮਿਕ ਸੁੱਖ ਵਿੱਚ ਨਿਵਾਸ ਹੁੰਦਾ ਹੈ, ਭਾਵ ਅੰਦਰ ਸੰਤੁਸ਼ਟੀ ਬਣਦੀ ਹੈ, ਅੰਦਰ ਸਬਰ ਸ਼ੁਕਰਾਨਾ ਜਾਗਦਾ ਹੈ ਤੇ ਅੰਦਰ ਇੱਕ ਆਨੰਦ ਰਸ ਬਣਦਾ ਹੈ। ਭਈ ਕਲਿਆਣ ਦੁੱਖ ਹੋਵਤ ਨਾਸ, ਫਿਰ ਅੰਦਰ ਇੱਕ ਸ਼ਾਂਤੀ, ਇੱਕ ਖੁਸ਼ੀ ਬਣਦੀ ਹੈ। ਦੁੱਖ ਤੇ ਦੁੱਖਾਂ ਦੀ ਪ੍ਰਵਿਰਤੀ ਦੂਰ ਹੋ ਜਾਂਦੀ ਹੈ। ਹਰ ਹਾਲਾਤ ਦੇ ਨਾਲ ਜੂਝਣਾ ਆ ਜਾਂਦਾ। ਹਰ ਹਾਲਾਤਾਂ ਦੇ ਵਿੱਚ, ਹਰ ਉਤਰਾਅ ਚੜ੍ਹਾਅ ਦੇ ਵਿੱਚ ਉਹਦੀ ਰਜ਼ਾ ਵਿੱਚ, ਸੰਤੁਸ਼ਟੀ ਵਿੱਚ, ਸਬਰ ਸ਼ੁਕਰਾਨੇ ਵਿੱਚ ਗੁਰੂ ਦੇ ਮਿਸ਼ਨ ਤੇ ਤੁਰਨ ਦਾ ਇੱਕ ਜਜ਼ਬਾ ਬਣਿਆ ਰਹਿੰਦਾ ਹੈ। ਆਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ, ਭਾਈ ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ, ਸ਼ੁਕਰਾਨੇ ਵਜੋਂ, ਪਰਉਪਕਾਰ ਲਈ, ਦੂਜਿਆਂ ਦੇ ਭਲੇ ਲਈ ਵਰਤਣਾ, ਇਹਨੂੰ ਕਹਿੰਦੇ ਰੱਬ ਦੇ ਗੁਣਾਂ ਨੂੰ ਗਾਉਣਾ। ਸਤਿਗੁਰੂ ਜੀ ਕਹਿੰਦੇ ਰੱਬ ਦੇ ਗੁਣਾਂ ਨੂੰ ਪਰਉਪਕਾਰ ਲਈ ਵਰਤਦਿਆਂ ਜ਼ਿੰਦਗੀ ਵਿੱਚ ਆਨੰਦ ਪੈਦਾ ਕਰੋ। ਉਸ ਸੰਤੁਸ਼ਟੀ, ਸਬਰ ਸ਼ੁਕਰਾਨੇ ਦਾ ਆਨੰਦ ਮਾਣੋ। ਸਤਿਗੁਰ ਆਪਣਾ ਸਦਾ ਸਦਾ ਮਨਾਵਹੁ ਰਹਾਓ, ਸੈਂਟਰਲ ਆਈਡੀਆ ਸ਼ਬਦ ਦਾ। ਸਤਿਗੁਰ ਸੱਚਾ ਗਿਆਨ, ਗੁਰਬਾਣੀ ਦੇ ਅੰਦਰ ਜੋ ਗੁਰੂ ਦੀ ਆਵਾਜ਼ ਹੈ, ਉਹਨੂੰ ਮਨਾਉਣਾ, ਸਤਿਗੁਰ ਸਰੂਪ ਨੂੰ ਖੁਸ਼ ਕਰਨਾ, ਮੰਨਣ ਦੀ ਭਾਵਨਾ। ਜਿਹੜੇ ਬੱਚੇ ਮਾਪਿਆਂ ਦੀ ਹਰ ਗੱਲ ਨੂੰ ਜੁਆਇਫੁਲੀ ਐਕਸੈਪਟ ਕਰਦੇ ਨੇ, ਖਿੜੇ ਮੱਥੇ ਮੰਨਦੇ ਨੇ, ਉਹ ਮਾਪਿਆਂ ਨੂੰ ਖੁਸ਼ ਰੱਖਦੇ। ਜਿਹੜੇ ਬੱਚੇ ਮਾਪਿਆਂ ਦੀ ਗੱਲ ਨਹੀਂ ਮੰਨਦੇ, ਜਿੱਦ ਕਰਦੇ ਨੇ, ਜਿੱਦ ਕਰਕੇ ਗੱਲ ਮਨਾਉਂਦੇ ਨੇ, ਉਹ ਦੁਖੀ ਕਰਦੇ ਨੇ। ਆਗਿਆਕਾਰਤਾ ਦੀ ਭਾਵਨਾ ਬੱਚਿਆਂ 'ਚ ਨਾ ਹੋਣੀ, ਮਾਪਿਆਂ ਨੂੰ ਦੁਖੀ ਕਰਨਾ, ਨਰਕ ਸਿਰਜਿਆ ਜਾਂਦਾ। ਇਹ ਸੋਚ ਸੁਭਾਅ ਵਿੱਚੋਂ ਨਿਕਲਦਾ, ਕਿਉਂਕਿ ਸੋਚ ਸੁਭਾਅ ਨੂੰ ਦੇਖ ਕੇ ਹੀ ਵਾਹਿਗੁਰੂ ਜੀ ਨੇ ਬਖਸ਼ਿਸ਼ ਦੇਣੀ ਹੁੰਦੀ ਹੈ। ਸੈਂਟਰਲ ਆਈਡੀਆ ਹੈ ਉਸ ਸਤਿਗੁਰ ਸਰੂਪ ਨੂੰ ਖੁਸ਼ ਰੱਖਣ ਵਾਸਤੇ ਖਿੜੇ ਮੱਥੇ ਮੰਨਣ ਦੀ ਭਾਵਨਾ ਪੈਦਾ ਕਰਨੀ। ਸਤਿਗੁਰ ਕਾ ਸੱਚ ਸ਼ਬਦ ਕਮਾਵਹੁ, ਜੋ ਸਤਿਗੁਰ ਸਰੂਪ ਹੈ, ਸਦੀਵੀ ਸੱਚਾ ਗਿਆਨ ਹੈ, ਉਹਦਾ ਜੋ ਉਪਦੇਸ਼ ਹੈ, ਉਹਨੂੰ ਮੰਨਣਾ ਹੈ, ਮਨ ਤੇ ਮਤ ਦੀਆਂ ਆਦਤਾਂ ਵਿੱਚ ਲਿਆਉਣਾ ਹੈ। ਫਿਰ ਘਰ ਬੈਠੇ ਪ੍ਰਭ ਆਪਣਾ ਪਾਵਹੁ, ਫਿਰ ਘਰ ਬੈਠੇ ਦਾ ਅਰਥ ਹੈ ਹਿਰਦੇ ਵਿੱਚ ਸਹਿਜ ਅਡੋਲਤਾ। ਉਤਰਾਅ ਚੜ੍ਹਾਅ ਆਉਂਦੇ ਨੇ, ਗੁਰੂ ਦੇ ਮਿਸ਼ਨ ਤੇ ਤੁਰਨਾ ਨਹੀਂ ਛੱਡਣਾ। ਉਤਰਾਅ ਚੜ੍ਹਾਅ ਆਉਂਦੇ ਨੇ, ਅੰਦਰ ਵਿਚਾਰਾਂ ਸੋਚਾਂ ਦੇ ਵੀ ਆਉਂਦੇ ਨੇ, ਅੰਦਰ ਭਰਮ ਭੁਲੇਖਿਆਂ ਦੇ ਵੀ ਆਉਂਦੇ ਨੇ, ਬਾਹਰ ਵਰਤਾਰਿਆਂ ਦੇ ਵੀ ਆਉਂਦੇ ਨੇ। ਗੁਰੂ ਦੇ ਮਿਸ਼ਨ ਤੇ ਤੁਰਨ ਦੀ ਪ੍ਰੀਤ ਨਹੀਂ ਛੱਡਣੀ, ਪਰਉਪਕਾਰ ਦੇ ਜਜ਼ਬੇ ਦਾ, ਮਿਸ਼ਨ ਤੇ ਤੁਰਨ ਦਾ ਜਜ਼ਬਾ ਨਹੀਂ ਛੱਡਣਾ, ਲਗਨ ਨਹੀਂ ਛੱਡਣੀ, ਅਡੋਲਤਾ ਵਿੱਚ ਫਿਰ ਆਪਣੇ ਪ੍ਰਭੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹਾਂ। ਜ਼ਿੰਦਗੀ ਦਾ ਇੱਕ ਅਸੂਲ ਬਣਾਉਣਾ ਹੈ, ਪਰ ਕਾ ਬੁਰਾ ਨਾ ਰੱਖੋ ਚੀਤ। ਦੋ ਚੀਜ਼ਾਂ ਹੁੰਦੀਆਂ ਨੇ, ਕਿਸੇ ਦੀ ਵਿਚਾਰਧਾਰਾ, ਕਿਸੇ ਦੇ ਸੋਚ, ਕਿਸੇ ਦਾ ਸੁਭਾਅ, ਉਹਦਾ ਜ਼ਿੰਦਗੀ ਜਿਉਣ ਦਾ ਤਰੀਕਾ ਦੇਖ ਕੇ ਪਤਾ ਲੱਗ ਜਾਣਾ ਇਹਦੀ ਜ਼ਿੰਦਗੀ 'ਚ ਦੁੱਖ ਆਉਣਗੇ, ਤੇ ਉਹਦੀ ਚਰਚਾ ਕਰਨੀ ਵੀ ਇਹ ਮਾਰਿਆ ਗਿਆ, ਇਹ ਦੁਖੀ ਹੋਏਗਾ। ਇਹ ਗੱਲ ਵੱਖਰੀ ਹੈ, ਪਰ ਅੰਦਰੋਂ ਇਹ ਭਾਵਨਾ ਬਣਾਉਣੀ ਕਿ ਦੁਖੀ ਹੋਵੇ, ਇਹਨੂੰ ਦੁੱਖ ਆਵੇ, ਇੱਦਾਂ ਨਹੀਂ ਮਨ ਵਿੱਚ ਰੱਖਣਾ। ਪਰ ਕਾ ਬੁਰਾ ਨਾ ਰੱਖੋ, ਇਹ ਨਹੀਂ। ਭਾਵੇਂ ਕਿਸੇ ਨੇ ਸਾਡਾ ਵਿਰੋਧ ਕੀਤਾ, ਭਾਵੇਂ ਕਿਸੇ ਨੇ ਸਾਨੂੰ ਬੁਰਾ ਸਮਝਿਆ, ਭਾਵੇਂ ਕਿਸੇ ਨੇ ਸਾਡੀ ਨਿੰਦਾ ਕੀਤੀ, ਭਾਵੇਂ ਕਿਸੇ ਨੇ ਸਾਡੇ ਰਾਹ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ, ਕਦੀ ਨਹੀਂ ਸੋਚਣਾ ਕਿ ਇਹਦਾ ਬੁਰਾ ਹੋਵੇ। ਜੇ ਪਰ ਕਾ ਬੁਰਾ ਨਾ ਰੱਖੋ ਚੀਤ ਜ਼ਿੰਦਗੀ ਦਾ ਪ੍ਰਿੰਸੀਪਲ ਬਣਾਵਾਂਗੇ ਨਾ, ਤੁਮ ਕੋ ਦੁੱਖ ਨਾ ਹੀ ਭਾਈ ਮੀਤ, ਐ ਭਰਾਵਾ, ਐ ਮਿੱਤਰਾ, ਤੈਨੂੰ ਵਾਹਿਗੁਰੂ ਜੀ ਨੇ ਬਖਸ਼ਿਸ਼ ਦੇਣੀ ਹੈ, ਤੇਰਾ ਜੀਵਨ ਦੁਖੀ ਨਹੀਂ ਹੋਏਗਾ। ਹਰ ਹਰ ਤੰਤ ਮੰਤ ਗੁਰ ਦੀਨਾ,
ਗੁਰਬਾਣੀ ਦੇ ਅੰਦਰ ਜੋ ਗੁਰ ਸਰੂਪ ਹੈ, ਉਸਨੇ ਤੰਤ ਮੰਤ ਰੱਬੀ ਉਪਦੇਸ਼, ਉਹ ਜ਼ਿੰਦਗੀ ਜਿਉਣ ਦੀ ਸਲਾਹ ਦੇ ਦਿੱਤੀ। ਇਹ ਸੁਖ ਨਾਨਕ ਅਨਦਿਨ ਚੀਨਾ, ਇਹ ਨਾਨਕ ਜੀ ਦਿਨ ਰਾਤ ਹਰ ਵੇਲੇ ਇਹ ਜਿਹੜਾ ਸੰਤੁਸ਼ਟੀ, ਸਬਰ, ਸ਼ੁਕਰਾਨੇ, ਆਨੰਦ ਦਾ ਆਤਮਿਕ ਸੁੱਖ ਹੈ ਨਾ, ਚੀਨਾ, ਇਸ ਨੂੰ ਜਾਣ ਲਿਆ, ਬੁੱਝ ਲਿਆ, ਪਹਿਚਾਣ ਲਿਆ, ਜਿਉਣ ਦੀ ਜੁਗਤ ਆ ਗਈ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ, 64ਵਾਂ ਸ਼ਬਦ। ਜਿਸ ਨੀਚ ਕੋ ਕਉ ਨ ਜਾਣੈ, ਵਾਹਿਗੁਰੂ, ਸੌਰੀ, 63ਵਾਂ ਸ਼ਬਦ। ਜਿਸ ਨੀਚ ਕੋ ਕੋਈ ਨਾ ਜਾਣੈ, ਜਿਸ ਮਨੁੱਖ ਨੂੰ ਕੋਈ ਨਹੀਂ ਜਾਣਦਾ, ਉਹ ਬੜੇ ਨੀਵੇਂ ਲੈਵਲ ਤੇ ਜਿਉਂਦਾ ਹੈ। ਨਾਮ ਜਪਤ ਉੱਚੋਂ ਕੁੰਟ ਮਾਨੈ, ਰੱਬ ਦਾ ਨਾਮ ਜਪਦੇ ਆ, ਰੱਬੀ ਉਪਦੇਸ਼ ਨੂੰ ਫੋਲੋ ਕਰਦੇ, ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਜਿਉਂਦੇ ਆ, ਰੱਬ ਦੀ ਯਾਦ ਦੇ ਵਿੱਚ, ਆਪਾ ਵਾਰਨ ਦੀ ਭਾਵਨਾ ਵਿੱਚ, ਮਿਸ਼ਨ ਦੇ, ਗੁਰੂ ਦੇ ਦੱਸੇ ਹੋਏ ਮਿਸ਼ਨ ਤੇ ਤੁਰਦਾ ਹੈ। ਦੁਨੀਆ ਉਹਨੂੰ ਜਾਣਨ ਲੱਗ ਜਾਂਦੀ ਹੈ। ਜਿੱਥੇ ਉਹਨੂੰ ਕੋਈ ਨਹੀਂ ਜਾਣਦਾ, ਹੌਲੀ ਹੌਲੀ ਉਸ ਨੂੰ ਸਾਰੇ ਜਾਣਨ ਲੱਗ ਜਾਂਦੇ। ਉਹਨਾਂ ਦੇ ਅੰਦਰ ਇੱਕ ਤੜਫ ਹੁੰਦੀ ਹੈ, ਦਰਸ਼ਨ ਮੰਗਾਉਂਦੇ ਹੈ ਪਿਆਰੇ, ਹੈ ਵਾਹਿਗੁਰੂ ਜੀ, ਜੋ ਵੀ ਹਾਲਾਤ ਹੋਣ, ਮੈਨੂੰ ਤੇਰੇ ਦੀਦਾਰ ਹੁੰਦੇ ਰਹਿਣ। ਹਰ ਹਾਲਾਤ ਵਿੱਚੋਂ ਸੱਚਾ ਗਿਆਨ ਬਣ ਕੇ ਤੂੰ ਮੈਨੂੰ ਦੀਦਾਰ ਦੇਵੇਂ। ਜਿਸ ਤਰ੍ਹਾਂ ਦੇ ਹਾਲਾਤ ਨੇ, ਵਾਹਿਗੁਰੂ ਜੀ, ਹੁਣ ਮੈਨੂੰ ਕੀ ਕਰਨਾ ਚਾਹੀਦਾ? ਸੱਚਾ ਗਿਆਨ ਬਣ ਕੇ ਦੀਦਾਰ, ਹਰ ਇੱਕ ਵਿੱਚੋਂ ਗੁਣ, ਟੈਲੈਂਟ ਦੇਖ ਕੇ ਦੀਦਾਰ ਕਰਨੇ ਆ ਜਾਣ। ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ, ਜੋ ਰੱਬ ਦੇ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਂਦਾ ਹੈ, ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ, ਉਹ ਗੁਰੂ ਪਿਤਾ ਜੀ ਦੀ, ਵਾਹਿਗੁਰੂ ਜੀ ਦੀ ਸੇਵਾ ਕਰਦਾ ਹੈ। ਆਹੀ ਸੇਵਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਆਪਣੇ ਸੁਭਾਅ ਤੇ, ਆਪਣੀ ਸੋਚ ਤੇ ਕਦੀ ਗੁਮਾਨ, ਹੰਕਾਰ ਨਹੀਂ ਕਰਨਾ ਕਿ ਮੈਂ ਪਰਫੈਕਟ ਹਾਂ। ਹਮੇਸ਼ਾ ਨਿਮਰਤਾ ਵਿੱਚ ਰਹਿਣਾ ਹੈ। ਅੰਦਰਲੇ ਵਿਚਾਰਾਂ ਵਿੱਚ ਭੁੱਲਾਂ ਹੋ ਸਕਦੀਆਂ, ਸੋਚਾਂ ਵਿੱਚ ਭੁੱਲਾਂ ਹੁੰਦੀਆਂ ਨੇ। ਕੋਈ ਵੀ ਪਰਫੈਕਟ ਨਹੀਂ ਬਣਾਇਆ। ਭੁੱਲਣ ਅੰਦਰ ਸਭ ਕੋ, ਉਹ ਭੁੱਲ ਗੁਰੂ ਕਰਤਾਰ। ਇਹ ਭੁੱਲਾਂ ਹੁੰਦੀਆਂ ਨੇ, ਅੰਦਰ ਭਰਮ ਭੁਲੇਖੇ ਪੈਦਾ ਹੁੰਦੇ ਨੇ। ਕਦੀ ਵੀ ਹੰਕਾਰ ਨਹੀਂ ਕਰਨਾ, ਨਿਮਰਤਾ ਵਿੱਚ ਜਿਉਣਾ ਹੈ। ਤੇ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਆ, ਮੰਨਣਾ ਹੈ, ਗੁਰੂ ਦੇ ਮਿਸ਼ਨ ਤੇ ਤੁਰਨਾ ਹੈ। ਉਹ ਸੇਵਾ ਹੈ ਪਿਆਰੇ ਦੀ। ਕੌਣ ਕੌਣ ਨਾ ਤਾਰੇ, ਜਿਹੜੇ ਵੀ ਤੁਰੇ ਨੇ ਉਹਨਾਂ ਦਾ ਜੀਵਨ ਸਫਲ ਹੋ ਗਿਆ। ਰਹਾਉ ਸੈਂਟਰਲ ਆਈਡੀਆ ਹੈ। ਜਾ ਕੇ ਨਿਕਟ ਨਾ ਆਵੈ ਕੋਈ, ਜਿਹਦੇ ਨੇੜੇ ਕੋਈ ਨਹੀਂ ਟੁਕਦਾ। ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲ ਧੋਈ, ਜਦੋਂ ਉਹ ਰੱਬ ਦੇ ਮਿਸ਼ਨ ਤੇ, ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਜਿਉਂਦੇ ਨੇ। ਸਾਰੀ ਸ੍ਰਿਸ਼ਟੀ, ਅੱਖਰੀ ਅਰਥ ਬਣਦੇ ਨੇ, ਉਹਦੇ ਚਰਨ ਧੋ ਕੇ ਪੀਂਦੀ ਹੈ, ਚਰਨ ਧੋਂਦੀ ਹੈ। ਪਰ ਇਹਦੇ ਭਾਵ ਅਰਥ ਇਹ ਬਣਦੇ ਨੇ ਕਿ ਉਹਨੂੰ ਸਾਰੀ ਦੁਨੀਆ ਸਤਿਕਾਰ ਦਿੰਦੀ ਹੈ। ਹੁਣ ਸਾਰੀ ਦੁਨੀਆ ਦੇ ਅਰਥ ਇਹ ਨਹੀਂ ਹੈ ਕਿ 100% ਲੋਕ, 100% ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪ੍ਰਭਾਵਿਤ ਨਹੀਂ ਹੋਏ। ਕਦਰਵਾਨ ਲੋਕ, ਸਮਝਦਾਰ ਲੋਕ ਸਤਿਕਾਰ ਦਿੰਦੇ ਨੇ। ਜੋ ਪ੍ਰਾਣੀ ਕਾਹੂ ਨਾ ਆਵਤ ਕਾਮ, ਜਿਹੜਾ ਮਨੁੱਖ ਕਿਸੇ ਦੇ ਕੰਮ ਨਹੀਂ ਸੀ ਆਉਂਦਾ, ਭਾਵ ਦੂਜਿਆਂ ਲਈ ਕੁਝ ਨਹੀਂ ਸੀ ਕਰਦਾ, ਸਵਾਰਥੀ ਹੋ ਕੇ ਜੀਵਨ ਜਿਉਂਦਾ ਸੀ, ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਜਿਉਂਦਾ ਸੀ। ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ, ਸੰਤ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਰੱਬੀ ਉਪਦੇਸ਼ ਨੂੰ ਮੰਨਦਿਆਂ ਗੁਰੂ ਦੇ ਮਿਸ਼ਨ ਤੇ ਤੁਰਿਆ। ਜਿਹੜਾ ਕਿਸੇ ਦੇ ਕੰਮ ਨਹੀਂ ਸੀ ਆਉਂਦਾ, ਉਹ ਪਰਉਪਕਾਰੀ ਜੀਵਨ ਬਣ ਗਿਆ। ਆਖੋ, ਸਵਾਰਥ ਤੋਂ ਉੱਪਰ ਉੱਠ ਖੜਾ, ਅੰਦਰ ਇੱਕ ਜਜ਼ਬਾ ਆ ਗਿਆ, ਮੈਂ ਉਸ ਗੁਰੂ ਪਿਤਾ ਦਾ ਪੁੱਤਰ, ਉਸ ਗੁਰੂ ਪਿਤਾ ਦੀ ਧੀ ਹਾਂ, ਜਿਨ੍ਹਾਂ ਨੇ ਦੂਜਿਆਂ ਲਈ ਜਿਉਂਦਿਆਂ ਪਰਿਵਾਰ ਵਾਰ ਦਿੱਤਾ। ਉਹ ਪਰਉਪਕਾਰ ਦੇ ਮਿਸ਼ਨ ਤੇ ਤੁਰਦੇ ਨੇ। ਸਾਧ ਸੰਗਤ, ਸਾਧ ਸੰਗ ਮਨ ਸੋਵਤ ਜਾਗੇ, ਗੁਰੂ ਪਾਤਸ਼ਾਹ ਜੀ ਦਾ ਸੰਗ ਕਰਕੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਮੰਨ ਕੇ ਇਹ ਸੁੱਤਾ ਹੋਇਆ ਮਨ ਜਾਗਦਾ ਹੈ। ਇਹਦੇ 'ਚ ਸੋਝੀ ਆਉਂਦੀ ਹੈ, ਜਾਗ੍ਰਿਤੀ ਆਉਂਦੀ ਹੈ, ਸਮਝ ਆ ਜਾਂਦੀ ਹੈ ਮੇਰੀ ਪ੍ਰੀਤ ਘਟ ਗਈ, ਸਮਝ ਆ ਜਾਂਦੀ ਹੈ ਮੇਰਾ ਜਜ਼ਬਾ ਘਟ ਗਿਆ, ਸਮਝ ਆ ਜਾਂਦੀ ਹੈ ਮੇਰੇ ਅੰਦਰ ਲਗਨ ਘਟ ਗਈ, ਆਪਾ ਵਾਰਨ ਦੀ ਭਾਵਨਾ ਘਟ ਗਈ, ਸਮਝ ਆ ਜਾਂਦੀ ਹੈ ਮੇਰਾ ਮਨ ਚਿੰਤਾਵਾਂ ਵਿੱਚ ਉਲਝ ਗਿਆ, ਦੁੱਖਾਂ ਵਿੱਚ ਘਿਰ ਗਿਆ। ਮੇਰੇ ਅੰਦਰਲੇ ਵਿਚਾਰਾਂ ਨੂੰ ਬਦਲਣ ਦੀ ਲੋੜ ਹੈ, ਮੇਰੀ ਸੋਚ ਨੂੰ ਬਦਲਣ ਦੀ ਲੋੜ ਹੈ, ਮੇਰੇ ਸੁਭਾਅ ਨੂੰ, ਮੇਰੀ ਸੋਝੀ ਨੂੰ ਬਦਲਣ ਦੀ ਲੋੜ ਹੈ। ਫਿਰ ਉਹ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ,
ਉਹ ਆਪਣੇ ਆਪ ਨੂੰ ਪੜਚੋਲਦੇ ਨੇ, ਗੁਰੂ ਦੇ ਉਪਦੇਸ਼ਾਂ ਨੂੰ ਮੰਨਦੇ ਨੇ, ਇਸੇ ਮਨ ਵਿੱਚ ਜਾਗ੍ਰਿਤੀ ਆ ਜਾਂਦੀ ਹੈ। ਤਬ ਪ੍ਰਭ ਨਾਨਕ ਮੀਠੇ ਲਾਗੇ, ਇਹ ਸੁੱਤੇ ਹੋਏ ਮਨ ਨੂੰ ਜਦੋਂ ਲਗਨ ਘਟ ਗਈ, ਪ੍ਰੀਤ ਘਟ ਗਈ, ਜਜ਼ਬਾ ਘਟ ਗਿਆ, ਗੁਰਬਾਣੀ, ਗੁਰਸਿੱਖੀ, ਉਹੀ ਬਾਤਾਂ ਚੰਗੀਆਂ ਨਹੀਂ ਲੱਗਦੀਆਂ ਜਿਸ ਵਿੱਚੋਂ ਪ੍ਰੀਤ ਜਾਗਦੀ ਸੀ। ਤੇ ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ, ਫਿਰ ਮਿੱਠੇ ਲੱਗਦੇ ਨੇ, ਉਹੀ ਚੀਜ਼ ਚੰਗੀ ਲੱਗਦੀ ਹੈ, ਭਰਮ ਦੂਰ ਹੋ ਜਾਂਦਾ ਹੈ, ਸੋਝੀ ਆ ਜਾਂਦੀ ਹੈ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 64ਵਾਂ ਸ਼ਬਦ ਹੈ। ਏਕੋ ਏਕੀ ਨੈਣ ਨਿਹਾਰੋਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦੇ ਨੇ ਕਿ ਮੈਂ ਆਪਣੇ ਨੇਤਰਾਂ ਦੇ ਨਾਲ ਜੋ ਵੀ ਵਰਤਾਰੇ ਵਰਤਦੇ ਨੇ, ਆਪਣੇ ਪਿਆਰੇ ਮਾਲਕ ਨੂੰ ਦੇਖਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਤੱਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਨੇ, ਉਲਾਹਨੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਉਹ ਹਰ ਹਾਲਾਤ ਨੂੰ ਸਾਨੂੰ ਸਿਖਾ ਰਹੇ ਨੇ ਕਿ ਹਰ ਹਾਲਾਤ ਦੇ ਵਿੱਚ ਇਹ ਸੋਚਣਾ, ਇਹ ਵਾਹਿਗੁਰੂ ਜੀ ਦਾ ਕੌਤਕ ਹੈ, ਮੈਨੂੰ ਚੰਗੀ ਦਿਸ਼ਾ ਦੇਣ ਵਾਸਤੇ ਕੌਤਕ ਹੈ। ਮੈਂ ਤੇ ਹਰ ਵੇਲੇ ਆਪਣੇ ਪਿਆਰੇ ਪ੍ਰਭੂ ਨੂੰ ਦੇਖਦਾ ਹਾਂ, ਹਰ ਕੌਤਕ ਵਿੱਚ ਉਸ ਦੇ ਸੱਚੇ ਗਿਆਨ ਦੇ ਦੀਦਾਰ ਹੁੰਦੇ ਨੇ। ਹਰ ਮਨੁੱਖ ਦੇ ਵਿੱਚੋਂ ਉਹਦੇ ਗੁਣ ਤੇ ਟੈਲੈਂਟ ਰੂਪੀ ਬਣ ਕੇ, ਗੁਣ ਬਣ ਕੇ, ਟੈਲੈਂਟ ਬਣ ਕੇ ਉਹ ਕਰਤਾ ਪੁਰਖ ਦੇ ਦੀਦਾਰ ਹੁੰਦੇ ਨੇ। ਉਸ ਨੂੰ ਦੇਖਦਾ ਹਾਂ, ਸਦਾ ਸਦਾ ਹਰ ਨਾਮ ਸੰਭਾਰੋ, ਹਰ ਵੇਲੇ ਉਹਦੇ ਰੱਬੀ ਉਪਦੇਸ਼, ਉਹਦੇ ਨਿਜ਼ਮ, ਉਹਦੀ ਮਿੱਠੀ ਮਿੱਠੀ ਯਾਦ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਹਿਰਦੇ ਵਿੱਚ ਸੰਭਾਲਦਾ ਹਾਂ। ਰਾਮ ਰਾਮਾ, ਰਾਮਾ ਗੁਣ ਗਾਵਾਂ, ਉਹ ਜੋ ਰੋਮ ਰੋਮ ਵਿੱਚ ਰਮਿਆ ਹੋਇਆ ਰਾਮ ਹੈ, ਉਸ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਜਿਉਂਦਾ ਹਾਂ, ਗਾਵਾਂ। ਗੁਣਾਂ ਦਾ ਸ਼ੁਕਰਾਨਾ ਕਰਦਾ ਹਾਂ ਤੇ ਗੁਣਾਂ ਨਾਲ ਦੂਜਿਆਂ ਲਈ ਜਿਉਂਦਾ ਹਾਂ। ਜਿੱਥੇ ਜਿੱਥੇ ਕਿਰਿਆ ਦੇ ਅਖੀਰ ਤੇ ਊੜੇ ਨੂੰ ਔਂਕੜ ਆਉਂਦਾ ਹੈ, ਉੱਥੇ ਗੁਰੂ ਪਾਤਸ਼ਾਹ ਆਪਣੀ ਗੱਲ ਕਹਿੰਦੇ ਨੇ, ਮੈਂ ਕਰਦਾ ਹਾਂ, ਜਾਂਦਾ ਹਾਂ, ਸੁਣਦਾ ਹਾਂ, ਵੇਖਦਾ ਹਾਂ। ਜਿੱਥੇ ਦੂਜਿਆਂ ਨੂੰ ਕਿਹਾ ਜਾਂਦਾ ਤੁਸੀਂ ਕਰੋ, ਉੱਥੇ ਹਾਹੇ ਨੂੰ ਔਂਕੜ ਆਉਂਦਾ ਹੈ। ਇਹ ਗ੍ਰਾਮੈਟੀਕਲ ਫਾਰਮਸ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨਗੇ, ਬਹੁਤ ਛੇਤੀ ਗੁਰਬਾਣੀ ਗ੍ਰਾਮਰ ਦੇ ਉੱਪਰ ਇੱਕ ਵੱਖਰੀ ਸੀਰੀਜ਼ ਤੁਹਾਡੇ ਤੱਕ ਪਹੁੰਚੇਗੀ। ਕੁਝ ਰੁਝੇਵੇਂ ਹੋਣ ਕਰਕੇ ਉਹ ਲੇਟ ਹੋ ਰਹੀ ਹੈ, ਗੁਰੂ ਪਾਤਸ਼ਾਹ ਬਖਸ਼ਿਸ਼ ਜ਼ਰੂਰ ਕਰਨਗੇ। ਸੰਤ ਪ੍ਰਤਾਪ ਸਾਧ ਕੈ ਸੰਗੇ, ਹਰ ਹਰ ਨਾਮ ਧਿਆਵੋਂ ਰੇ ਰਹਾਓ। ਸੈਂਟਰਲ ਆਈਡੀਆ, ਸੰਤ ਪ੍ਰਤਾਪ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ, ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ, ਗੁਰੂ ਦੇ ਉਪਦੇਸ਼ਾਂ ਦੇ ਪ੍ਰਭਾਵ ਦੇ ਨਾਲ, ਸਾਧ ਕੈ ਸੰਗੇ ਗੁਰੂ ਦੇ ਸੰਗ ਕਰਨ ਨਾਲ, ਉਪਦੇਸ਼ ਨੂੰ ਮੰਨਣ ਨਾਲ, ਉਸ ਨੂੰ ਮੰਨ ਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਰੱਬ ਦੇ ਨਾਮ ਨੂੰ ਧਿਆਉਂਦਾ ਹਾਂ। ਸੈਂਟਰਲ ਆਈਡੀਆ ਰਹਾਉ ਪਦਾ ਹੈ ਸ਼ਬਦ ਦਾ। ਸਗਲ ਸਮਗਰੀ ਜਾ ਕੈ ਸੂਤ ਪਰੋਈ, ਜੋ ਕੁਛ ਵੀ ਦਿਖਾਈ ਦੇ ਰਿਹਾ, ਜੋ ਵੀ ਵਰਤਾਰੇ ਵਰਤ ਰਹੇ ਨੇ, ਉਹਦੇ ਨਿਜ਼ਮ ਵਿੱਚ ਚੱਲ ਰਿਹਾ, ਉਹਦੇ ਨਿਜ਼ਮ ਦੇ ਸੂਤ ਵਿੱਚ ਪਰੋਇਆ ਹੋਇਆ ਸਭ। ਘਟ ਘਟ ਅੰਤਰ ਰਵਿਆ ਸੋਈ, ਹਰ ਇੱਕ ਦੇ ਅੰਦਰ ਉਹ ਅੰਤਰਜਾਮੀ ਵਾਹਿਗੁਰੂ ਜੀ ਦੀ ਜੋਤ ਵਸੀ ਹੋਈ ਹੈ। ਜੈਸੀ ਭਾਵਨਾ ਹੈ, ਉਹ ਜਿਹੇ ਵਿਚਾਰ ਪੈਦਾ ਹੋ ਜਾਂਦੇ ਨੇ, ਉਹ ਜੀ ਸੋਚ ਬਣ ਜਾਂਦੀ। ਅਗਰ ਭਾਵਨਾ ਦੇ ਵਿੱਚ ਸੋਝੀ ਹੈ, ਵਿਚਾਰ ਚੰਗੇ ਹੋਣਗੇ, ਸੋਚ ਚੰਗੀ ਹੋਏਗੀ, ਲਗਨ ਵੱਧਦੀ ਜਾਏਗੀ, ਪ੍ਰੀਤ ਵੱਧਦੀ ਜਾਏਗੀ, ਜਜ਼ਬਾ ਵੱਧਦਾ ਜਾਏਗਾ, ਵਿੱਚ ਵੱਧਦੀ ਜਾਏਗੀ, ਪ੍ਰਾਪਤੀਆਂ ਹੁੰਦੀਆਂ ਜਾਣਗੀਆਂ। ਅਗਰ ਭਾਵਨਾ ਵਿੱਚ ਭਰਮ ਹੈ, ਪ੍ਰੀਤ ਘਟਦੀ ਜਾਏਗੀ, ਜਜ਼ਬਾ ਘਟ ਜਾਏਗਾ, ਦਿਸ਼ਾ ਚਿੰਤਾਵਾਂ ਵੱਲ ਚਲੀ ਜਾਏਗੀ, ਦੁੱਖਾਂ ਵੱਲ ਚਲੀ ਜਾਏਗੀ, ਦੁੱਖਾਂ ਚਿੰਤਾਵਾਂ ਵਿੱਚ ਘਿਰ ਜਾਏਗਾ। ਚਾਰ ਸਪੇਰੇ ਦੁੱਖ ਵੱਧਦੇ ਜਾਣਗੇ, ਚਿੰਤਾਵਾਂ ਵੱਧਦੀਆਂ ਜਾਣਗੀਆਂ। ਓਪਤ ਪਰਲੋ ਖਿਨ ਮਹਿ ਕਰਤਾ, ਇੱਕ ਛਿਨ ਦੇ ਵਿੱਚ ਰੱਬ ਖੇਲ ਵਰਤਾ ਦਿੰਦਾ। ਕਿਸੇ ਦੇ ਅੰਦਰ ਭਾਵਨਾ ਪੈਦਾ ਹੋਣੀ ਹੈ, ਕਿਸੇ ਦੇ ਅੰਦਰ ਭਾਵਨਾ ਮਰ ਜਾਣੀ ਹੈ, ਕਿਸੇ ਦੇ ਅੰਦਰ ਜਜ਼ਬਾ ਪੈਦਾ ਹੋ ਜਾਣਾ, ਕਿਸੇ ਦੇ ਅੰਦਰ ਜਜ਼ਬਾ ਮਰ ਜਾਣਾ। ਇੱਕ ਛਿਨ ਦੇ ਵਿੱਚ ਉਹ ਖੇਲ ਵਰਤਾ ਦਿੰਦਾ, ਓਪਤ ਪਰਲੋ ਦਾ। ਇੱਕ ਵਿਚਾਰ ਉੱਠਦਾ ਹੈ, ਜਜ਼ਬਾ ਖਤਮ। ਇੱਕ ਵਿਚਾਰ ਉੱਠਦਾ ਹੈ, ਜਜ਼ਬਾ ਇੱਕਦਮ ਪੈਦਾ ਹੋ। ਇੱਕ ਸੋਚ ਦੇ ਨਾਲ
ਲਗਨ ਵੱਧ ਜਾਂਦੀ, ਖਿੱਚ ਵੱਧ ਜਾਂਦੀ, ਇੱਕ ਸੋਚ ਦੇ ਨਾਲ ਘਟ ਜਾਂਦੀ। ਇਹ ਉਪਤ ਪਰਲੋਂ ਉਤਪਤੀ ਤੇ ਨਾਸ਼ ਹੋਣਾ ਇੱਕ ਛਿਨ ਵਿੱਚ ਵਾਹਿਗੁਰੂ ਜੀ ਕਰ ਦਿੰਦੇ ਨੇ। ਭਾਵਨਾ ਵਿੱਚ ਸੋਝੀ ਹੈ ਤਾਂ ਸਭ ਕੁਝ ਵੱਧਦਾ ਜਾਏਗਾ, ਬਖਸ਼ਿਸ਼ ਵਧੇਗੀ। ਭਾਵਨਾ ਵਿੱਚ ਭਰਮ ਹੈ, ਬਖਸ਼ਿਸ਼ ਖਤਮ ਹੋ ਜਾਏਗੀ, ਆਨੰਦ ਨਹੀਂ ਬਣੇਗਾ, ਗੁਰਬਾਣੀ ਦਾ ਪਿਆਰ ਨਹੀਂ ਬਣੇਗਾ, ਘਰ ਧਰਮਸ਼ਾਲਾ ਨਹੀਂ ਬਣੇਗੀ, ਕਲੇਸ਼ ਦਾ ਅਖਾੜਾ ਬਣ ਜਾਏਗੀ, ਬੱਚੇ ਆਗਿਆਕਾਰੀ ਨਹੀਂ ਹੋਣਗੇ, ਬੱਚੇ ਹੱਥੋਂ ਨਿਕਲ ਜਾਂਦੇ, ਫਿਰ ਬੱਚੇ ਗੁਰਬਾਣੀ ਚੰਗੀ ਨਹੀਂ ਲੱਗੇਗੀ, ਸਿੱਖੀ ਚੰਗੀ ਨਹੀਂ ਲੱਗੇਗੀ। ਆਪ ਅਲੇਪਾ ਨਿਰਗੁਣ ਰਹਿਤਾ, ਉਹ ਨਿਰਲੇਪ ਹੈ ਆਪ, वो रजो तमो सतो तो भी रहत है, अलेप है, निर्लेप है, ਅੰਦਰ ਬੈਠੇ ਨੇ ਵਾਹਿਗੁਰੂ ਜੀ ਦੀ ਜੋਤ। ਭਾਵਨਾ ਵਿੱਚ ਭਰਮ ਹੈ, ਭਰਮ ਦੇ ਵਿੱਚੋਂ ਨਿਕਲੇ ਵਿਚਾਰ ਸੋਚਾਂ ਬਖਸ਼ਿਸ਼ ਤੋਂ ਦੂਰ ਲੈ ਜਾਣਗੀਆਂ, ਚਿੰਤਾਵਾਂ ਦੁੱਖਾਂ ਵਿੱਚ ਘੇਰ ਲੈਣਗੀਆਂ, ਇੱਕ ਛਿਨ ਵਿੱਚ ਉਹਨੇ ਖੇਲ ਵਰਤਾ ਦੇਣਾ। ਆਪ ਨਿਰਲੇਪ ਹੈ, ਆਪ ਦੇਖ ਰਿਹਾ, ਬੈਠਾ ਵੇਖੈ ਵੱਖ ਅਕੇਲਾ। ਭਾਵਨਾ ਵਿੱਚ ਸੋਝੀ ਹੋਏਗੀ, ਇੱਕ ਛਿਨ ਵਿੱਚ ਖੇਲ ਵਰਤਾ ਦੇਣਾ ਉਸਨੇ। ਕਰਨ ਕਰਾਵਨ ਅੰਤਰਜਾਮੀ, ਉਹ ਕਰਨ ਵਾਲਾ ਤੇ ਮਨੁੱਖ ਦੀ ਸੋਚ ਮਨ ਤੇ ਮਤ ਤੋਂ ਕਰਵਾਉਣ ਵਾਲਾ, ਇੱਕ ਨਿਜ਼ਮ ਦੇ ਵਿੱਚ ਪਰੋਣ ਵਾਲਾ, ਉਹ ਦਿਲਾਂ ਦੀਆਂ ਜਾਣਨਹਾਰ ਅੰਤਰਜਾਮੀ ਸਾਡੇ ਅੰਦਰ ਹੈ। ਆਨੰਦ ਕਰੈ ਨਾਨਕ ਕਾ ਸੁਆਮੀ, ਨਾਨਕ ਜੀ ਦਾ ਸੁਆਮੀ ਵਾਹਿਗੁਰੂ ਜੀ ਆਨੰਦ ਪੈਦਾ ਕਰਦਾ ਆਪਣੇ ਪਿਆਰਿਆਂ ਦੇ। ਵਾਹਿਗੁਰੂ ਜੀ ਨੇ ਭਾਵਨਾ ਦੇਖਣੀ ਹੈ, ਨੀਅਤ ਦੇਖਣੀ। ਭਾਵਨਾ ਤੇ ਨੀਅਤ ਦੇ ਵਿੱਚ ਭਰਮ ਹੈ ਜਾਂ ਸੋਝੀ ਹੈ। ਭਰਮ ਹੈ ਤਾਂ ਭਟਕਣਾ ਹੋਏਗੀ, ਸੋਝੀ ਹੈ ਤਾਂ ਬਖਸ਼ਿਸ਼ ਹੋਏਗੀ। ਇਹਨੂੰ ਕਿਸਮਤ ਦਾ ਖੇਲ ਕਹਿ ਲਓ। ਭਟਕਣਾ ਮਿਲਣੀ ਹੈ, ਉਸ ਤਰ੍ਹਾਂ ਦੇ ਵਿਚਾਰ ਪੈਦਾ ਹੋ ਜਾਣਗੇ, ਉਸ ਤਰ੍ਹਾਂ ਦੀ ਸੋਚ ਪੈਦਾ ਹੋ ਜਾਏਗੀ, ਉਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਜਾਏਗੀ। ਵਿਚਾਰਾਂ ਸੋਚਾਂ ਦਾ ਸੋਮਾ ਭਰਮ ਹੋਏਗਾ, ਭੁਲੇਖਾ ਹੋਏਗਾ। ਬਖਸ਼ਿਸ਼ ਮਿਲਣੀ ਹੋਈ, ਵਿਚਾਰਾਂ ਤੇ ਸੋਚਾਂ ਦਾ ਸੋਮਾ ਸੋਝੀ ਹੋਏਗੀ। ਇਹ ਸਾਰੇ ਵਰਤਾਰੇ ਉਸ ਵਾਹਿਗੁਰੂ ਪਿਤਾ ਜੀ ਦੇ ਚੱਲਦੇ ਨੇ। ਉਸ ਨਿਜ਼ਮ ਨੂੰ ਸਮਝਣਾ, ਉਸ ਨਿਜ਼ਮ ਨੂੰ ਸਮਝਣ ਵਾਸਤੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ, ਆਪਣੇ ਆਪ ਦੀ ਪੜਚੋਲ ਕਰਨੀ। ਮੇਰੇ ਜੋ ਵਿਚਾਰ ਨੇ, ਮੇਰੇ ਅੰਦਰੋਂ ਲਗਨ ਤੋੜ ਰਹੇ ਨੇ, ਜਜ਼ਬਾ ਤੋੜ ਰਹੇ ਨੇ, ਵਿਸ਼ਵਾਸ ਘਟਾ ਰਹੇ ਨੇ, ਰੀਤ ਘਟ ਰਹੀ ਹੈ, ਮੇਰੇ ਜ਼ਿੰਦਗੀ ਵਿੱਚ, ਮੇਰੇ ਘਰ ਵਿੱਚ ਚਿੰਤਾਵਾਂ ਵੱਧ ਰਹੀਆਂ ਨੇ, ਮੇਰੇ ਬੱਚੇ ਆਗਿਆਕਾਰਤਾ ਦੀ ਭਾਵਨਾ ਤੋਂ ਦੂਰ ਹੋ ਰਹੇ ਨੇ, ਤਾਂ ਮੈਂ ਭਰਮ ਵਿੱਚ ਜਿਉ ਰਿਹਾ। ਮੇਰੀ ਸੋਚ, ਮੇਰੇ ਵਿਚਾਰਾਂ ਵਿੱਚ ਭਰਮ ਹੈ, ਪੜਚੋਲ ਕਰਨੀ ਪਊ। ਜੇ ਮੇਰੀ ਪ੍ਰੀਤ ਵੱਧਦੀ ਹੈ, ਗੁਰੂ ਦੇ ਮਿਸ਼ਨ ਤੇ ਤੁਰਨ ਦਾ ਜਜ਼ਬਾ ਬਰਕਰਾਰ ਰਹਿੰਦਾ ਹੈ, ਲਗਨ ਬਣੀ ਰਹਿੰਦੀ ਹੈ, ਬੱਚੇ ਆਗਿਆਕਾਰੀ ਬਣਦੇ ਜਾ ਰਹੇ ਨੇ, ਗੁਰਬਾਣੀ ਗੁਰਸਿੱਖੀ ਨਾਲ ਪਿਆਰ ਕਰਨ ਵਾਲੇ ਨੇ, ਘਰ ਦਾ ਮਾਹੌਲ ਧਰਮਸ਼ਾਲਾ ਵਰਗਾ ਹੈ, ਘਰ ਵਿੱਚ ਏਕਤਾ ਹੈ, ਸ਼ਾਂਤੀ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਸਮਝੀਆਂ ਜਾ ਰਹੀਆਂ ਨੇ, ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਹੋ ਰਿਹਾ ਹੈ। ਸਮਝ ਲਿਓ ਅੰਦਰ ਸੋਝੀ ਹੈ, ਇਹ ਵਰਤਾਰੇ ਵਰਤ। ਆਪਣੇ ਆਪ ਦੀ ਪੜਚੋਲ ਕਰਨੀ, ਆਪਣੇ ਆਪ ਨੂੰ ਪੜਚੋਲਦਿਆਂ ਰੱਬ ਦੇ ਨਿਜ਼ਮ ਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਸਤਿਗੁਰੂ ਰਹਿਮਤ ਕਰ, ਜਿਤਨੀ ਕੁ ਗੁਰਬਾਣੀ ਸਮਝੀਏ, ਉਸ ਨੂੰ ਜ਼ਿੰਦਗੀ ਵਿੱਚ ਜਿਉਣ ਦਾ ਭਾਵਨਾ ਰੱਖੀਏ, ਆਪਾਵਾਰੀ ਪਰਉਪਕਾਰ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਈਏ। ਮਨ ਦੇ ਵਿੱਚ ਇੱਕ ਸਿਦਕ ਹੋਵੇ, ਜੋ ਵੀ ਹਾਲਾਤ ਬਣਦੇ ਨੇ ਪਿਆਰੇ ਦੇ ਕੌਤਕ ਨੇ, ਉਹਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਮਿਸ਼ਨ ਤੇ ਤੁਰਨਾ ਨਹੀਂ ਛੱਡਣਾ। ਭੁੱਲਣਹਾਰ ਹਾਂ, ਭੁੱਲਾਂ ਹੁੰਦੀਆਂ ਰਹਿਣਗੀਆਂ, ਵਿਚਾਰਾਂ ਸੋਚਾਂ ਵਿੱਚ ਭੁੱਲਾਂ ਹੁੰਦੀਆਂ ਰਹਿਣਗੀਆਂ। ਗੁਰੂ ਬਖਸ਼ਣਹਾਰ ਨੇ, ਵਾਹਿਗੁਰੂ ਜੀ ਬਖਸ਼ਣਹਾਰ ਨੇ, ਸੋਝੀ ਕਰਾਉਂਦੇ ਰਹਿਣਗੇ। ਭੁੱਲਾਂ ਹੋਣਗੀਆਂ, ਭੁੱਲਾਂ ਦਾ ਸੁਧਾਰ ਹੋਏਗਾ, ਉਹ ਆਪਣੇ ਮਿਸ਼ਨ ਤੇ ਤੁਰਦੇ ਰਹਿਣਗੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਹਾਡੇ ਘਰ ਧਰਮਸ਼ਾਲਾ ਵਰਗੇ ਬਣ, ਤੁਹਾਡੇ ਬੱਚੇ ਆਗਿਆਕਾਰੀ ਬਣ।
ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ, ਤੁਹਾਡੇ ਘਰਾਂ ਵਿੱਚ ਏਕਤਾ ਇਤਫਾਕ ਹੋਵੇ, ਸ਼ਾਂਤੀ ਹੋਵੇ, ਤੁਹਾਡੇ ਘਰ ਦਾ ਹਰ ਮੈਂਬਰ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝੇ, ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰੇ, ਸਤਿਕਾਰ ਕਰੇ। ਤੁਹਾਡੇ ਬੋਲਾਂ ਵਿੱਚ ਮੈਗਨੈਟਿਕ ਪਾਵਰ ਹੋਵੇ, ਉਹਦਾ ਅਸਰ ਤੁਹਾਡੇ ਬੱਚਿਆਂ 'ਤੇ ਪਵੇ, ਤੁਹਾਡੇ ਬੱਚੇ ਆਗਿਆਕਾਰੀ ਬਣਨ, ਗੁਰੂ ਦੀ ਗੁਰਸਿੱਖੀ ਨਾਲ ਜੁੜੇ ਰਹਿਣ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਹ ਪੀੜ੍ਹੀ ਦਰ ਪੀੜ੍ਹੀ ਸਿੱਖੀ ਚੱਲਦੀ ਰਹੇ, ਅੰਮ੍ਰਿਤ ਦੀ ਦਾਤ ਚੱਲਦੀ ਰਹੇ, ਗੁਰਬਾਣੀ ਗੁਰਮਤਿ ਦੀ ਦਾਤ ਚੱਲਦੀ ਰਹੇ। ਇਹਨਾਂ ਅਰਦਾਸਾਂ, ਉਮੀਦਾਂ, ਭਾਵਨਾਵਾਂ ਸਹਿਤ ਫੁੱਲਾਂ ਚੁੱਕਾਂ ਦੀ ਖਿਮਾ ਜੀ। ਕੱਲ੍ਹ ਨੂੰ ਫਿਰ 387 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ